पंजाब मेल यूएसए टीवी देख रहे सारे ही दर्शकों का बहुत बहुत स्वागत। मैं हाँ वंदना खन्ना ते लैके हाजिर हाँ प्रोग्राम पंजाब चर्चा ते पंजाब चर्चा दे विच अज असीं गल करांगे सूबे दे सब तो वध पख रहे मसले बारे। मसला किसानां दा, खेती कानूनां दा ते मसला उन्हां सियासी पार्टियां दा जो इस वेले हक च उतरियां ने, किसानां दे खेती कानूनां दे विरोध च उतर आईयां ने। और सब तो मुख तौर ते असीं गल करांगे अकाली भाजपा गठजोड़ दी, जो कि अकालियां वल्लों फिलहाल हाल ही दे विच तोड़ दिता गया। ते इस मसले ते गल करन लई साडे नाल स्टूडियो दे विच मौजूद ने अज अजीत दे सीनियर पत्रकार मेजर सिंह जी। आओ सब तो पहला उन्हां दा स्वागत करते हैं। मेजर सिंह जी प्रोग्राम दे विच बहुत-बहुत मेहरबानी जी। मेरे वालों सारे दर्शकों को प्यार भरी सत श्री अकाल। बिल्कुल। और मेजर सिंह जी सब तो पहला सवाल जिहड़ा हैगा इस मसले ते ओह हैगा कि भाजपा ते अकालियां दा गठजोड़ जिहड़ा हैगा सब तो पुराना गठजोड़ है एनडीए का और 24 साल पुराना साथ है। तो जब साथ बनया सी, जब गठजोड़ बनया सी, तो की कुछ लीडरां ने, चाहे वो दोनों पार्टियां दे अकाली दल दे होण या भाजपा दे होण, कि उन्होंने किसी तरह का विरोध किया सी? क्योंकि हुण जब गठजोड़ टुट गया तो बहुत सारे लीडर सामने आ रहे हैं जो कह रहे हैं कि असीं तां पहले ही कहा सी कि साथ निभना नहीं। देखो गल ये है जी कि अकाली बीजेपी आपसी सांझ ਜਾਂ गठजोड़ कले ਇਹਦਾ ਮੁੱਢ ਵੱਜਿਆ ਸੀ 1996 ਚ ਜਦੋਂ ਪੰਜਾਬ ਦੇ ਵਿੱਚ ਕਿ ਹਿੰਦੁਸਤਾਨ ਦੇ ਵਿੱਚ ਲੋਕ ਸਭਾ ਚੋਣ ਹੋਈ। ਉਸ ਲੋਕ ਸਭਾ ਚੋਣ ਦੇ ਵਿੱਚ ਪੰਜਾਬ ਤੋਂ ਅਕਾਲੀ ਦਲ ਦੇ 8 ਉਮੀਦਵਾਰ ਜੇਤੂ ਰਹੇ ਸੀਗੇ ਤੇ ਜਦੋਂ ਪਹਿਲਾਂ ਚੋਣ ਲੜੀ ਸੀ ਉਦੋਂ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਇਕੱਠੇ ਸੀਗੇ ਪਰ ਜਦੋਂ ਚੋਣ ਦਾ ਨਤੀਜਾ ਆਇਆ ਉਦੋਂ ਬਾਅਦ ਚ ਕੀ ਹੋਇਆ ਕਿ ਕੁਝ ਪਾਰਟੀਆਂ ਨੇ ਹੋਰ ਰਲੀਆਂ ਤੇ ਵਾਜਪਾਈ ਦੀ ਅਗਵਾਈ ਦੇ ਵਿੱਚ ਸਰਕਾਰ ਬਣਨ ਦਾ ਬੰਧਨ ਵਜਿਆ। ਤਾਂ ਉਸ ਸਮੇਂ ਅਕਾਲੀ ਦਲ ਦੇ ਸਭ ਤੋਂ ਮਜ਼ਬੂਤ ਲੀਡਰ ਸੀ ਜਿਹੜੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਵਾਜਪਾਈ ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕੀਤਾ ਸੀ। ਉਸ ਬਿਨਾਂ ਸ਼ਰਤ ਹਮਾਇਤ, ਹਾਲਾਂਕਿ ਉਹ 13 ਦਿਨਾਂ ਬਾਅਦ ਉਹ ਸਰਕਾਰ ਟੁੱਟ ਗਈ ਸੀ, ਬਹੁਤਾ ਖੜ ਨਹੀਂ ਸੀ ਸਕੀ, ਪਰ ਉਦੋਂ ਇਹ ਬਿਨਾਂ ਸ਼ਰਤ ਹਮਾਇਤ ਦਿੱਤੇ ਜਾਣ ਨਾਲ ਅਕਾਲੀ ਭਾਜਪਾ ਦਾ ਮੁੱਢ ਵੱਜਿਆ ਸੀਗਾ। ਔਰ ਫਿਰ 6 ਮਹੀਨਿਆਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਸੀ फरवरी 1997 ਚ, ਤਾਂ ਉਦੋਂ ਬਕਾਇਦਾ ਫਿਰ ਅਕਾਲੀ ਭਾਜਪਾ ਗਠਜੋੜ ਹੋਇਆ ਔਰ ਪੰਜਾਬ ਦੀ ਇਹ ਵਿਧਾਨ ਸਭਾ ਦੀ ਚੋਣ ਹੈ ਉਹ 'ਚ 94 ਸੀਟਾਂ ਤੋਂ ਅਕਾਲੀ ਦਲ ਨੇ ਚੋਣ ਲੜੀ ਸੀ ਤੇ 23 ਸੀਟਾਂ ਤੋਂ ਭਾਜਪਾ ਦੇ ਉਮੀਦਵਾਰ ਜੇਤੂ ਹੋਏ ਸੀਗੇ। ਇਸ ਤਰ੍ਹਾਂ ਫਿਰ ਇਹ 1999 ਚ ਜਦੋਂ ਬਕਾਇਦਾ ਐਨਡੀਏ ਨੈਸ਼ਨਲ ਡੈਮੋਕ੍ਰੈਟ ਅਲਾਇੰਸ ਬਣਿਆ ਉਹਦੇ 'ਚ ਵੀ ਅਕਾਲੀ ਦਲ ਪਾਰਟ ਬਣਿਆ। ਪਰ ਬੀਜੇਪੀ ਅਕਾਲੀ ਗਠਜੋੜ ਹੈ ਇਹ 1996 ਚ ਇਹਦੀ ਬੁਨਿਆਦ ਧਰੀ ਗਈ ਸੀ। ਤੇ ਉਸ ਤੋਂ ਬਾਅਦ ਲਗਾਤਾਰ ਜੇ ਪੰਜਾਬ ਤੇ ਹਿੰਦੁਸਤਾਨ ਦੇਖੀਏ ਤਾਂ ਅਕਾਲੀ ਦਲ ਭਾਜਪਾ ਗਠਜੋੜ ਹੀ ਸਭ ਤੋਂ ਪੁਰਾਣਾ ਤੇ ਲੰਬਾ ਚੱਲਣ ਵਾਲਾ ਹੈਗਾ ਕਿਉਂਕਿ 24 ਸਾਲ ਹੋਰ ਕਿਸੇ ਪਾਰਟੀਆਂ ਦਾ ਗਠਜੋੜ ਇਸ ਤਰ੍ਹਾਂ ਨਹੀਂ ਚੱਲਿਆ। ਇਸ ਤੋਂ ਪਹਿਲਾਂ ਸ਼ਿਵਚੈਨ ਸੈਨਾ ਜਿਹੜੀ ਉਹ ਵੀ ਉਹਨਾਂ ਦੇ ਨਾਂ ਤੋਂ ਹੀ ਭਾਜਪਾ ਦੀ ਹਮਾਇਤੀ ਸੀਗੀ, ਭਾਜਪਾ ਦੀ ਪਾਰਟਨਰ ਅਲਾਇੰਸ ਸੀਗੀ, ਪਰ ਉਹ ਵੀ ਪਿੱਛੇ 2 ਸਾਲ ਪਹਿਲਾਂ ਉਹ ਬੀਜੇਪੀ ਨੂੰ ਛੱਡ ਕੇ ਵੱਖ ਹੋ ਗਈ ਸੀ ਜਾਂ ਵਿੱਚ ਪਹਿਲਾਂ ਵੀ ਕਈ ਵਾਰ ਹੁੰਦਾ ਤੋੜ ਵਿਚਾਰ ਹੁੰਦਾ ਰਿਹਾ ਹੈ। ਪਰ ਅਕਾਲੀ ਦਲ ਇੱਕ ਇਹੋ ਜਿਹਾ ਭਾਈਵਾਲ ਸੀ ਭਾਜਪਾ ਦਾ ਜਿਹੜਾ 24 ਸਾਲ ਲਗਾਤਾਰ ਉਹਨਾਂ ਦੇ ਹੱਕ 'ਚ ਰਿਹਾ। ਔਰ ਸਟਾਰਟ 'ਚ ਹਾਲਾਂਕਿ ਬਹੁਤ ਸਾਰੇ ਲੋਕ ਇਹ ਮੰਨਦੇ ਰਹੇ ਹੈ ਕਿ ਭਾਜਪਾ ਔਰ ਅਕਾਲੀ ਦਲ ਦੀ ਆਈਡੀਓਲੋਜੀ ਹੈ ਜਿਹੜੀ ਵਿਚਾਰਧਾਰਾ ਉਹ ਮੇਲ ਨਹੀਂ ਖਾਂਦੀ ਹੈਗੀ। ਉਹਦਾ ਕਾਰਨ ਇਹ ਸੀ ਕਿ ਅਕਾਲੀ ਦਲ ਦਾ ਬੁਨਿਆਦੀ ਸਿਧਾਂਤ ਪੈਂਤਰਾ ਰਿਹਾ ਦੇਸ਼ ਨੂੰ ਸੰਘੀ ਢਾਂਚੇ 'ਚ ਬਦਲਣਾ, ਹਕੀਕੀ ਫੈਡਰਲ ਢਾਂਚਾ ਬਣਾਉਣਾ ਤੇ ਨਾਲ ਨਾਲ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨਾ। ਜਦੋਂ ਕਿ ਭਾਜਪਾ ਬਾਰੇ ਲੋਕਾਂ 'ਚ ਇਹ ਪ੍ਰਭਾਵ ਹੈ ਕਿ ਇਹ ਨਾ ਸੰਘੀ ਢਾਂਚੇ ਦੇ ਹੱਕ 'ਚ ਹੈ ਤੇ ਇਸ ਘੱਟ ਗਿਣਤੀਆਂ ਦੇ ਵਿਰੋਧੀ ਸਮਝਿਆ ਜਾਂਦਾ ਨੂੰ। ਹੁਣ ਇਹ ਹਾਲਾਤ ਨੂੰ ਦੇਖ ਕੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗਠਜੋੜ ਬਾਰੇ ਉਦੋਂ ਤੋਂ ਸ਼ੰਕੇ ਉੱਠਦੇ ਰਹੇ ਨੇ। ਪਰ ਅਕਾਲੀ ਦਲ ਦਾ ਇਹ ਕਹਿਣਾ ਸੀ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਘੱਟ ਗਿਣਤੀ ਹੈ, ਹਿੰਦੂ ਵੀ ਭਾਈਚਾਰਾ ਵੀ ਹੈ, ਪਹਿਲੇ ਸਾਰੇ ਸਮੇਂ ਦੌਰਾਨ ਹਿੰਦੂ ਸਿੱਖਾਂ 'ਚ ਕੁਝ ਕੜਤਨ ਪੈਦਾ ਹੋਈ ਸੀ, ਤਾਂ ਅਕਾਲੀ ਦਲ ਦੇ ਸੁਪਰੀਮੋ ਕਹਿ ਲਈਏ ਜਾਂ ਮੁਖੀ ਕਹਿ ਲਈਏ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਲ ਨੂੰ ਧਿਆਨ 'ਚ ਰੱਖ ਗਿਆ ਬੀਜੇਪੀ ਨਾਲ ਸਮਝੌਤਾ ਕੀਤਾ ਸੀ ਕਿ ਦੇਸ਼ ਦੇ ਅੰਦਰ ਸਿੱਖਾਂ ਦੀ ਬਾਂਹ ਫੜਨ ਵਾਲੀ ਕੋਈ ਹੋਰ ਪਾਰਟੀ ਹੈ ਨਹੀਂ ਗੀ। ਸਿੱਖ ਦੇਸ਼ 'ਚ ਅਲੱਗ ਥਲੱਗ ਹੋਏ ਸਮਝੇ ਜਾ ਰਹੇ ਹੈ। ਇਸ ਹਾਲਾਤ 'ਚ ਉਹਨਾਂ ਨੇ ਇੱਕ ਤਾਂ ਇਹ ਕਿਹਾ ਕਿ ਪੰਜਾਬ ਦੇ ਅੰਦਰ ਜਿਹੜੀ ਭਾਈਚਾਰਕ ਇਕਸੁਰਤਾ, ਭਾਈਚਾਰਕ ਸਾਂਝ ਹੈ ਇਸ ਨੂੰ ਮੌਜੂਦ ਕੀਤਾ ਜਾਵੇ ਤੇ ਨਾਲ ਦੇ ਨਾਲ ਬੀਜੇਪੀ ਨੇ ਰਲ ਕੇ ਸਿੱਖਾਂ ਦੀ ਜਿਹੜੀ ਅਲੱਗਗੀ ਵਾਲੀ ਪੋਜੀਸ਼ਨ ਹੈ ਇਹਨੂੰ ਖਤਮ ਕਰਕੇ ਉਹਨਾਂ ਨੂੰ ਇੱਕ ਚੰਗੀ ਮਜ਼ਬੂਤ ਧਾਰਾ ਵਾਲਾ ਵਰਗ ਬਣਾਇਆ ਜਾਵੇ। ਇਸ ਨਾ ਹੋਇਆ। ਪਰ ਉਦੋਂ ਬਾਅਦ ਕੀ ਹੋਇਆ, ਲਗਾਤਾਰ 3 ਵਾਰ ਪੰਜਾਬ 'ਚ ਸਰਕਾਰ ਅਕਾਲੀ ਦਲ ਭਾਜਪਾ ਦੀ ਬਣੀ। ਪਹਿਲਾਂ 97 'ਚ, ਫਿਰ 2007 'ਚ,
ਫਿਰ 2012 'ਚ ਜੀ ਉਹ ਸਾਰੇ ਸਮੇਂ ਦੌਰਾਨ ਮੁੱਢ 'ਚ ਭਾਵੇਂ ਅਕਾਲੀ ਦਲ ਆਪਣੀ ਇਸ ਪੰਤਰੇ ਨੂੰ ਦੁਹਰਾਉਂਦਾ ਰਿਹਾ ਪੰਜਾਬ ਬਾਰੇ, ਸਿੱਖਾਂ ਦੇ ਮਸਲਿਆਂ ਬਾਰੇ ਲੜਨ ਦਾ, ਪਰ ਹੌਲੀ ਹੌਲੀ ਉਹਨੇ ਰਾਜ ਕਰਦਿਆਂ ਬੀਜੇਪੀ ਵਾਲੇ ਪੈਂਤਰਿਆਂ ਦੀ ਅਧੀਨਗੀ ਕਬੂਲਣ ਵਾਲਾ ਰਸਤਾ ਅਖਤਿਆਰ ਕਰ ਲਿਆ। ਉਹਦਾ ਨਤੀਜਾ ਇਹ ਹੋਇਆ ਕਿ ਪਿਛਲੇ ਸਾਲਾਂ 'ਚ ਨੋਟਬੰਦੀ ਲਾਗੂ ਹੋਈ, ਉਸ ਤੋਂ ਬਾਅਦ ਫਿਰ GST ਟੈਕਸ ਪ੍ਰਣਾਲੀ ਆਈ, ਉਸ ਤੋਂ ਬਾਅਦ ਧਾਰਾ 370 ਹਟਾਈ ਗਈ ਜੰਮੂ ਕਸ਼ਮੀਰ 'ਚੋਂ, ਕੌਮੀ ਨਾਗਰਿਕਤਾ ਕਾਨੂੰਨ ਪਾਸ ਕੀਤਾ ਗਿਆ ਹਿੰਦੁਸਤਾਨ ਦੀ ਪਾਰਲੀਮੈਂਟ ਵੱਲੋਂ। ਇਹਨਾਂ ਸਾਰਿਆਂ ਦੇ ਵਿਰੁੱਧ ਬੜੀ ਵੱਡੀ ਪੱਧਰ ਤੇ ਵਿਰੋਧੀ ਪਾਰਟੀਆਂ ਵੱਲੋਂ ਵੀ, ਆਮ ਲੋਕਾਂ ਵੱਲੋਂ ਵੀ, ਸੰਗਠਨਾਂ ਵੱਲੋਂ ਵੀ ਅੰਦੋਲਨ ਹੋਏ, ਪਰ ਅਕਾਲੀ ਦਲ ਹਮੇਸ਼ਾ ਬੀਜੇਪੀ ਦੀਆਂ ਜਿਹੜੀਆਂ ਕੇਂਦਰਵਾਦੀ ਨੀਤੀਆਂ ਕਹਿ ਲਈਏ ਉਹਦੇ ਹੱਕ ਛੱਡਦਾ ਹੈਗਾ। ਹੁਣ ਹਾਲਾਤ ਜਿਹੜੇ ਇੱਕ ਇਹੋ ਜਿਹੇ ਹੈਗੇ ਕਿ ਜਦੋਂ ਕਿਸਾਨਾਂ ਦਾ ਮਸਲਾ ਆਇਆ ਤਾਂ ਕਿਸਾਨਾਂ ਨੇ ਜਦੋਂ 5 ਜੂਨ 2020 ਨੂੰ ਲੋਕ ਫਸੇ ਹੋਏ ਸੀਗੇ ਕਰੋਨਾ ਵਾਇਰਸ 'ਚ, ਤਾਂ ਉਹਨਾਂ ਦਿਨਾਂ 'ਚ ਇਹ 3 ਆਰਡੀਨੈਂਸ ਲਿਆਂਦੇ ਉਹਨਾਂ ਨੇ। ਉਦੋਂ ਤੋਂ ਅਕਾਲੀ ਦਲ ਕਿਸਾਨਾਂ ਦੇ ਵਿਰੋਧ ਤੋਂ ਡਰਦਾ ਹੋਇਆ ਇਹ ਵੀ ਕਹੀ ਜਾ ਰਿਹਾ ਸੀ ਕਿ ਜੀ ਦੇਖ ਲੈਣਾ ਚਾਹੀਦਾ, ਅਸੀਂ ਕਿਸਾਨਾਂ ਦੇ ਹੱਕ ਛੱਡਾਂਗੇ, ਪਰ ਨਾਲ ਦੀ ਨਾਲ ਉਹਨਾਂ ਨੂੰ ਇਹਨਾਂ ਤਿੰਨੇ ਬਿੱਲਾਂ ਦੀ ਹਮਾਇਤ ਵੀ ਕਰਦਾ ਰਿਹਾ ਸੀ ਔਰ ਕਿਸਾਨਾਂ ਨੂੰ ਕਹਿ ਰਿਹਾ ਸੀ ਕਿ ਇਹ ਬਿੱਲ ਮਾੜੇ ਨਹੀਂ ਹੈਗੇ, ਪਰ ਨਾਲ ਨਾਲ ਇਹ ਉਹਨਾਂ ਨੂੰ ਇਹ ਵੀ ਤੌਖਲਾ ਸੀ ਕਿ ਜੇ ਕਿਸਾਨ ਸੰਘਰਸ਼ ਤੇਜ਼ ਹੋ ਗਿਆ, ਕਿਉਂਕਿ ਵੱਡਾ ਮਾਸ ਬੇਸ ਸਾਡਾ ਅਕਾਲੀ ਦਲ ਦਾ ਉਹ ਕਿਸਾਨ ਨੇਗੇ, ਤੇ ਕਿਸਾਨਾਂ ਦੇ ਵਿਰੁੱਧ ਖੜਨ ਨਾਲ ਉਹਨਾਂ ਦੀ ਪਾਰਟੀ ਦਾ ਆਪਣਾ ਭਵਿੱਖੀ ਖਤਰੇ 'ਚ ਪੈ ਜਾਂਦਾ ਹੈਗਾ। ਇਸ ਤੋਂ ਡਰਦੇ ਹੋਏ ਲਗਾਤਾਰ ਅਕਾਲੀ ਦਲ ਦੇ ਪ੍ਰਧਾਨ ਵੀ, ਹੋਰ ਆਗੂ ਵੀ ਇਹ ਬਿਆਨ ਵੀ ਦਿੰਦੇ ਆ ਰਹੇ ਸੀ ਕਿ ਜੇ ਕਿਸਾਨਾਂ ਦਾ ਮਸਲਾ ਆਊਗਾ ਅਸੀਂ ਕਿਸਾਨ ਦੇ ਹਿੱਤਾਂ ਨੂੰ ਤੇ ਕਿਤੇ ਵੀ ਸਮਝੌਤਾ ਨਹੀਂ ਕਰਾਂਗੇ, ਕਿਤੇ ਵੀ ਪਿੱਛੇ ਨਹੀਂ ਹਟਾਂਗੇ। ਹੁਣ ਹਾਲਾਤ ਇਹ ਬਣ ਗਈ ਕਿ ਪਹਿਲੇ ਸਾਰੇ ਮਾਮਲਿਆਂ ਉੱਤੇ ਵੱਡਾ ਜਨਤਕ ਵਿਰੋਧ ਨਹੀਂ ਉੱਠਿਆ, ਨਾ ਨੋਟਬੰਦੀ ਤੇ ਹੋਇਆ, ਹਾਲਾਂਕਿ ਲੋਕਾਂ 'ਚ ਔਖ ਬੜੀ ਹੋਈ, ਪਰ ਜਨਤਕ ਵਿਰੋਧ ਨਹੀਂ ਉੱਠਿਆ, ਨਾ GST ਤੇ ਨਾ ਧਾਰਾ 370 ਤੋੜਨ ਤੇ। ਹਾਂ, CA ਦੇ ਖਿਲਾਫ ਯਾਨੀ ਕੌਮੀ ਨਾਗਰਿਕਤਾ ਕਾਨੂੰਨ ਜਿਹੜਾ ਉਹ ਤੇ ਵੱਡਾ ਵਿਰੋਧ ਉੱਠਿਆ ਸੀਗਾ, ਪਰ ਉਹ ਵਿਰੋਧ ਕਰੋਨਾ ਨੇ ਦਬ ਲਿਆ। ਪਰ ਹੁਣ ਇਹ ਕਰੋਨਾ ਦੇ ਚੜ੍ਹਤ ਵੇਲੇ ਪੈਦਾ ਹੋਇਆ। ਹਾਲ ਦੇਖੀਏ ਵੱਡੀ ਗੱਲ ਹੈ ਮੇਰੇ ਕਿਸਾਨ ਸੰਘਰਸ਼ ਹੈ ਨਾ, ਇਹ ਕਿਸੇ ਆਮ ਹਾਲਾਤ 'ਚ ਨਹੀਂ, ਸਗੋਂ ਜਦੋਂ ਕਰੋਨਾ ਦੀ ਚੜ੍ਹਤ ਸੀ, ਕਰੋਨਾ ਫਕਾਰੇ ਮਾਰ ਰਿਹਾ ਸੀ ਹਿੰਦੁਸਤਾਨ 'ਚ, ਉਹਨਾਂ ਦਿਨਾਂ 'ਚ ਕਿਸਾਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਕਰੋਨਾ ਦੀ, ਕਿਸੇ ਆਫਤ ਦੀ, ਉਹ ਸੜਕਾਂ ਤੇ ਉਤਰੇ ਔਰ ਮੋਦੀ ਸਰਕਾਰ ਨੂੰ ਲਲਕਾਰਿਆ ਗਿਆ। ਹੁਣ ਇਹ ਸਾਲ 'ਚ ਜਿਹੜਾ ਹੈਗਾ ਉਹ ਅਕਾਲੀ ਦਲ ਨੇ ਬੜੇ ਯਤਨ ਕੀਤੇ, ਕਦੀ ਨਰਿੰਦਰ ਤੋਮਰ ਜਿਹੜੇ ਖੇਤੀ ਮੰਤਰੀ ਹੈ ਉਹਨਾਂ ਤੋਂ ਇੱਕ ਸਪਸ਼ਟੀਕਰਨ ਲੈਣ ਦਾ, ਕਦੀ ਕਿਸੇ ਦਾ ਹੋਰ ਬਿਆਨ ਦਵਾ ਲਿਆ, ਪਰ ਕਿਸਾਨ ਇਹਨਾਂ ਨੂੰ ਮੰਨੇ ਨਹੀਂ। ਉਹਨਾਂ ਨੇ ਕਿਹਾ ਜਿਹੜੀ ਸਾਡੀ MSP ਹੈ, ਸਾਡਾ ਜਿਨਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਹੈ, ਉਹਦੀ ਕਾਨੂੰਨੀ ਪੈਰਵਾਈ ਹੋਣੀ ਚਾਹੀਦੀ ਹੈ, ਕਾਨੂੰਨੀ ਉੱਤੇ ਪਾਬੰਦ ਬਣਨਾ ਚਾਹੀਦਾ, ਇਸ ਲਈ ਸਰਕਾਰ ਮੰਨਣ ਨੂੰ ਤਿਆਰ ਨਹੀਂ ਸੀ। ਬਿਲਕੁਲ, ਜੇ ਗੱਲ ਕਰੀਏ ਅਸੀਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਦੀ, ਖੇਤੀ ਕਾਨੂੰਨਾਂ ਦੇ ਵਿਰੋਧ ਦੀ, ਤਾਂ ਅਕਾਲੀ ਦਲ ਜਿਹੜਾ ਹੈਗਾ ਉਹ ਇਸ ਵੇਲੇ ਗੱਠਜੋੜ ਆਪਣਾ ਤੋੜ ਚੁੱਕਾ ਹੈ ਭਾਜਪਾ ਦੇ ਨਾਲੋਂ। ਪਰ ਜਦ ਇਹ ਖੇਤੀ ਆਰਡੀਨੈਂਸ ਪਾਸ ਹੋਇਆ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਜਦ ਇਹ ਆਰਡੀਨੈਂਸ ਪਾਸ ਹੋਇਆ ਤਾਂ ਉਸ ਵੇਲੇ ਅਕਾਲੀ ਦਲ ਚੁੱਪ ਰਿਹਾ। ਇੰਨੀ ਦੇਰ ਕਿਉਂ ਚੁੱਪ ਰਿਹਾ? ਕਿਉਂਕਿ 4 ਮਹੀਨੇ ਪਹਿਲੇ ਖੇਤੀ ਆਰਡੀਨੈਂਸ ਜਾਰੀ ਹੁੰਦੇ ਨੇ, ਉਸ ਵੇਲੇ ਅਕਾਲੀ ਦਲ ਕਿਉਂ ਨਹੀਂ ਬੋਲਿਆ? ਖਿਆਲ ਮੰਨਣਾ ਜੀ ਇਹ ਹੈਗਾ ਕਿ ਜਦੋਂ ਆਰਡੀਨੈਂਸ ਹਿੰਦੁਸਤਾਨ ਦੀ ਵਜ਼ਾਰਤ ਨੇ, ਮੋਦੀ ਵਜ਼ਾਰਤ ਨੇ ਪਾਸ ਕੀਤਾ, ਉਹਨਾਂ ਦਿਨਾਂ 'ਚ ਸ਼ਾਇਦ ਲੱਗਦਾ ਸੀ ਅਕਾਲੀ ਦਲ ਨੂੰ ਵੀ ਕਿ ਇਹਦੇ ਵਿਰੁੱਧ ਸ਼ਾਇਦ ਕਿਸਾਨਾਂ ਦਾ ਬਹੁਤਾ ਵੱਡਾ ਵਿਰੋਧ ਨਾ ਉੱਠੇ। ਪਰ ਜਿਸ ਤਰ੍ਹਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਥੋੜੇ ਆਕਾਰ ਸੀ, ਫਿਰ ਹੋਰ ਵੱਡਾ ਮਜ਼ਬੂਤ ਹੁੰਦਾ ਗਿਆ। ਇਸ ਤਰੀਕੇ ਨਾਲ ਸਾਡੇ ਗਵਾਂਢੀ ਰਾਜ ਜਿਹੜਾ ਹਰਿਆਣਾ 'ਚ, ਰਾਜਸਥਾਨ 'ਚ, ਉੱਤਰ ਪ੍ਰਦੇਸ਼ ਦੇ ਵੈਸਟਰਨ UP 'ਚ, ਇਸ ਤਰੀਕੇ ਹੋਰ ਹਿੰਦੁਸਤਾਨ ਦੇ ਕਈ ਰਾਜਾਂ 'ਚ ਜਿਹੜਾ ਲੋਕਾਂ ਦਾ ਕਿਸਾਨਾਂ ਦਾ ਵਿਰੋਧ ਉਹ ਤਿੱਖਾ ਹੁੰਦਾ ਗਿਆ। ਉਸ ਨਾਲ ਕੀ ਹੈਗਾ ਕਿ ਉਸ ਨਾਲ ਅਕਾਲੀ ਦਲ ਨੂੰ ਫਿਰ ਆਪਣੀ ਹੋਂਦ ਦੇ ਖਤਰਾ ਖੜਾ ਹੋ ਗਿਆ। ਇੱਥੋਂ ਤੱਕ ਹਾਲਤ ਬਣ ਗਈ ਕਿ ਕਿਸਾਨਾਂ ਨੇ ਪਿੰਡ ਬਾਦਲ ਦੇ ਘਰ ਅੱਗੇ ਪੱਕਾ ਮੋਰਚਾ ਲਾਤਾ। ਹਾਲਾਤ ਇਹ ਬਣ ਗਏ ਕਿ ਪੰਜਾਬ ਦੇ ਪਿੰਡਾਂ 'ਚ ਤਾਂ ਅਕਾਲੀ ਵੜਨੇ ਕੀ ਸੀ, ਉਹਨਾਂ ਨੂੰ ਘਰੇ ਆਉਣਾ ਵੀ ਮੁਸ਼ਕਲ ਹੋ ਗਿਆ। ਜਦੋਂ ਤੱਕ ਉਹ ਮੋਰਚਾ ਨਹੀਂ ਚੁੱਕਿਆ ਗਿਆ ਉਦੋਂ ਬਾਦਲ ਪਰਿਵਾਰ ਉਦੋਂ ਤੱਕ ਉਸ ਘਰ 'ਚ ਨਹੀਂ ਆ ਸਕਿਆ। ਹੁਣ ਜਿਹੜੀ ਇਹ ਹਾਲਤ ਬਣ ਗਈ ਨਾ, ਇਹਨੇ ਐਡਾ ਮਜਬੂਰ ਕਰਤਾ ਅਕਾਲੀ ਦਲ ਨੂੰ ਕਿ ਉਹ ਜਾਂ ਤਾਂ ਆਪਣੀ ਭਵਿੱਖੀ ਮੌਤ ਚੁਣ ਲਏ ਜਾਂ ਕਿਸਾਨਾਂ ਦੇ ਨਾਲ ਖੜੇ। ਤੇ ਫਿਰ ਮੈਨੂੰ ਲੱਗਦਾ ਕਿ ਲੀਡਰਸ਼ਿਪ ਨੇ ਸਮੁੱਚੀ ਨੇ ਜਾਂ ਥੱਲੇ ਤੋਂ ਪ੍ਰੈਸ਼ਰ ਵੀ ਪਿਆਰ ਦੀ ਪਾਰਟੀ ਦੇ ਦਰੋਂਗੀ, ਕਿਉਂਕਿ ਪਾਰਟੀ ਦਾ ਵੱਡਾ ਹਿੱਸਾ ਉਹਨਾਂ ਦਾ ਕਿਸਾਨ, ਉਹਨਾਂ ਨੇ ਵੀ ਪ੍ਰੈਸ਼ਰ ਪਾਇਆ ਕਿ ਛੱਡ ਕੇ ਕਿਸਾਨਾਂ ਨਾਲ ਆਓ ਜੇ ਸਿਆਸਤ ਕਰਨੀ ਹੈ, ਨਹੀਂ ਤਾਂ ਨਹੀਂ ਹੋ ਸਕਣੀ ਹੈਗੀ। ਇਸ ਹਾਲਾਤ 'ਚ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਕੇਂਦਰ 'ਚ ਵਜ਼ੀਰ ਸੀਗੇ, ਉਹਨਾਂ ਨੇ ਵਜ਼ੀਰੀ ਛੱਡੀ ਔਰ ਉੱਥੇ ਬਿੱਲਾਂ ਦੇ ਵਿਰੋਧ 'ਚ ਇਹ ਵੋਟ ਭੁਗਤਾ ਕੇ ਆਏ।
ਤੇ ਉਸ ਤੋਂ ਬਾਅਦ ਹੁਣ ਉਹ ਐਨਡੀਏ ਨੂੰ ਵੀ ਛੱਡਣ ਦਾ ਐਲਾਨ ਕਰਨਾ ਪਿਆ, ਕਿਉਂਕਿ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਜੇ ਸਰਕਾਰ ਛੱਡ ਆਏ ਤਾਂ ਫਿਰ ਐਨਡੀਏ 'ਚ ਕਾਹਦੇ ਸ਼ਾਮਲ ਹੋ ਗਏ ਜੀ। ਤਾਂ ਉਹ ਵੀ ਛੱਡ ਕੇ ਹੁਣ ਵੱਖਰੇ ਤੌਰ ਤੇ ਉਹਨਾਂ ਨੇ ਇੱਕ ਆਜ਼ਾਦ ਹੈਸੀਅਤ 'ਚ ਜਿਹੜਾ ਉਹ ਵਿਚਰਨ ਦਾ ਫੈਸਲਾ ਕੀਤਾ ਹੈਗਾ। ਹੁਣ ਇਹਦੇ ਨਾਲ ਮੁੱਢਲੇ ਤੌਰ ਤੇ ਲੱਗਦਾ ਕਿ ਉਹਨਾਂ ਨੂੰ ਕਾਫੀ ਫਾਇਦਾ ਮਿਲੇਗਾ, ਹੰਗਾਰਾ ਮਿਲਿਆ, ਜਾਂ ਕਹਿ ਦਈਏ ਕਿ ਹੁਣ ਆਪਣੇ ਘਰ ਵੜਨ ਜੋਗੇ ਹੋ ਗਏ ਔਰ ਪੈਰ ਲੋਕਾਂ ਦੇ ਵਿੱਚ ਪੈਰ ਧਰਾ ਵੀ ਹੋ ਗਿਆ, ਕਿਉਂਕਿ ਜਿਹੜੀਆਂ ਪਿਛਲੇ 2-4 ਦਿਨ 'ਚ ਮੀਟਿੰਗਾਂ ਨੂੰ ਹੰਗਾਰਾ ਮਿਲਿਆ ਉਹ ਦੱਸਦਾ ਕਿ ਅਕਾਲੀ ਦਲ ਨੂੰ ਇਸ ਫੈਸਲੇ ਨਾਲ ਵੱਡਾ ਫਾਇਦਾ ਹੋਣ ਜਾ ਰਿਹਾ ਹੈਗਾ ਜੀ। ਅਗਲਾ ਸਵਾਲ ਜਿਹੜਾ ਹੈਗਾ ਮੇਰਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਿਆਨ ਦੇ ਨਾਲ ਜੁੜਿਆ ਹੋਇਆ ਹੈ। ਉਹਨਾਂ ਦਾ ਬਿਆਨ ਹੈ ਕਿ ਜਦ ਤੱਕ ਇਹ ਕਾਨੂੰਨ ਜਿਹੜਾ ਹੈਗਾ ਉਹ ਰੱਦ ਨਹੀਂ ਹੁੰਦਾ ਉਦੋਂ ਤੱਕ ਸਾਡੀ ਪਾਰਟੀ ਜਿਹੜੀ ਹੈ ਉਹਦੀ ਭਾਜਪਾ ਦੇ ਨਾਲ ਫਿਰ ਤੋਂ ਗੱਠਜੋੜ ਦੀ ਜਾਂ ਸਾਥ ਦੀ ਕੋਈ ਸੰਭਾਵਨਾ ਨਹੀਂ ਹੈਗੀ। ਜਦ ਸੰਭਾਵਨਾ ਦੀ ਗੱਲ ਕਰਦੇ ਹਾਂ ਤਾਂ ਯਾਦ ਆਉਂਦੀਆਂ ਨੇ ਸਿਆਸੀ ਪਾਰਟੀਆਂ ਦੇ ਗੱਠਜੋੜ, ਤੇ ਜਦੋਂ ਸਿਆਸੀ ਪਾਰਟੀਆਂ ਦੇ ਗੱਠਜੋੜ ਆਉਂਦੇ ਨੇ ਤਾਂ ਇਸ ਤਰ੍ਹਾਂ ਦੀ ਸੰਭਾਵਨਾ ਨੂੰ, ਇਸ ਤਰ੍ਹਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਗੱਲ ਇਹ ਹੈ, ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਕਿ ਸਿਆਸੀ ਪਾਰਟੀਆਂ 'ਚ ਜੋੜ ਤੋੜ ਹੁੰਦੇ ਰਹਿੰਦੇ ਆ, ਟੁੱਟਦੇ ਰਹਿੰਦੇ ਨੇ। ਅਸੀਂ ਕਿੰਨੇ ਵਾਰ ਦੇਖਿਆ, ਨਿਤਿਸ਼ ਕੁਮਾਰ ਜਿਹੜੇ ਮੁੱਖ ਮੰਤਰੀ ਹੈ ਬਿਹਾਰ ਦੇ, ਉਹਨਾਂ ਨੇ 2-3 ਵਾਰ ਭਾਜਪਾ ਨੂੰ ਸੁਣ ਤੋੜਿਆ ਤੇ ਫਿਰ ਜੋੜੇ ਵੀ ਗਏ। ਹੁਣ ਸਵਾਲ ਜਿਹੜਾ ਪੰਜਾਬ 'ਚ ਆ ਕੇ ਖੜ ਗਿਆ ਨਾ, ਇਹ ਇਕੱਲਾ ਸਿਆਸੀ ਪਾਰਟੀ ਦੇ ਫੈਸਲਿਆਂ ਦਾ ਨਹੀਂ, ਇਹ ਵੱਡਾ ਮਸਲਾ ਹੈਗਾ ਕਿਸਾਨਾਂ ਦਾ, ਕਿਉਂਕਿ ਕਿਸਾਨ ਮਸਲੇ ਜੇ ਹੱਲ ਨਹੀਂ ਹੁੰਦੇ ਤਾਂ ਫਿਰ ਅਕਾਲੀ ਦਲ ਬੀਜੇਪੀ ਨਾਲ ਸਾਂਝ ਮੁੜ ਕੇ ਪਾਉਣ ਦਾ ਸੋਚ ਵੀ ਨਹੀਂ ਸਕਦਾ ਹੈਗਾ। ਇਹੀ ਉਹ ਕਹਿ ਰਿਹਾ ਹੈ। ਇਹ ਸਿਆਸੀ ਮਜਬੂਰੀ ਹੈ, ਇਹ ਲੋਕਾਂ ਦੀ ਥਾਂ, ਇੱਥੋਂ ਦੀ ਹਕੀਕਤ ਹੈ ਜ਼ਮੀਨੀ, ਜਿਹਦੇ ਕਰਕੇ ਅੱਜ ਉਹਨਾਂ ਨੂੰ ਇਹ ਕਹਿਣਾ ਪਿਆ ਰਿਹਾ। ਤੇ ਹੁਣ ਸਗੋਂ ਉਲਟ ਹੋਇਆਗਾ ਕਿ ਅਕਾਲੀ ਦਲ ਨੇ ਆਪਣੇ ਜਿਹੜੇ ਪੁਰਾਣੇ ਪੈਂਤੜੇ ਆ ਨਾ ਉਹਨਾਂ ਵੱਲ ਮੁੜਨਾ ਸ਼ੁਰੂ ਕਰਤਾ ਗਾ, ਕਿਉਂਕਿ ਪਹਿਲਾਂ ਅਕਾਲੀ ਦਲ ਦਾ ਮੇਨ ਪੈਂਤੜਾ ਸੀਗਾ ਪੰਜਾਬ ਔਰ ਪੰਥ ਦੇ ਮੁੱਦਿਆਂ ਤੇ ਲੜਾਈ ਕਰਨੀ, ਉਹ ਮੁੱਦੇ ਚੁੱਕਣੇ, ਉਹ ਹੱਲ ਕਰਾਉਣ ਲਈ ਯਤਨਸ਼ੀਲ ਹੋਣਾ। ਇਸ ਵਾਸਤੇ ਜਿਵੇਂ ਦੇਸ਼ ਪੱਧਰ ਤੇ ਕੌਮੀ ਜਿਹੜਾ ਇੱਕ ਸੰਘੀ ਢਾਂਚਾ ਕਾਇਮ ਕਰਨ ਲਈ ਉਹ ਵੱਖ-ਵੱਖ ਜਿਹੜੀ ਖੇਤਰੀ ਪਾਰਟੀਆਂ ਉਹਨਾਂ ਨਾਲ ਮਿਲ ਕੇ ਵੀ ਸੰਘਰਸ਼ ਕਰਦੇ ਸੀ, ਉਹਨਾਂ ਦੇ ਨਾਲ ਮਿਲ ਕੇ ਗੱਠਜੋੜ ਕਰਦੇ ਸੀ। ਹੁਣ ਵੀ ਕੀ ਹੋਇਆ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਸਾਰੀਆਂ ਨੇ ਕੌਮੀ ਜਾਂ ਕਰੀਏ ਸਵਾਈ ਖੇਤਰ ਦੀਆਂ ਪਾਰਟੀਆਂ ਉਹ ਲੈਣੀਆਂ ਸ਼ੁਰੂ ਹੋ ਗਈਆਂ ਜੀ। ਉਹ 'ਚ ਸਭ ਤੋਂ ਵੱਡਾ ਤਾਂ ਹੈ ਕਿ ਅਕਾਲੀ ਦਲ ਪਾਸੇ ਹੈਗਾ, ਜਿਹੜਾ ਸਭ ਤੋਂ ਮਜ਼ਬੂਤ ਪਾਰਟਨਰ ਸੀ ਉਹਨਾਂ ਦਾ। ਦੂਸਰਾ ਸਭ ਤੋਂ ਮਜ਼ਬੂਤ ਵਿਚਾਰਧਾਰਕ ਭਾਈਵਾਲ ਸੀ ਉਹ ਹੀ ਸ਼ਿਵ ਸੈਨਾ ਮਹਾਰਾਸ਼ਟਰ ਦੀ। ਤੀਸਰੀ ਹੈਗੀ ਹੈ ਤੇਲਗੂ ਦੇਸ਼ਮ ਪਾਰਟੀ ਆਂਧਰਾ ਪ੍ਰਦੇਸ਼ ਦੀ। ਚੌਥੀ ਹੈਗੀ ਹੈ ਜਨਤਾ ਦਲ ਐਸ। ਇਸ ਤਰ੍ਹਾਂ ਹੋਰ ਜਿਵੇਂ NRDMK ਹੈ, ਉਹਨੇ ਵੀ ਕਿਨਾਰਾ ਕਰ ਲਿਆ ਗਿਆ। ਮਮਤਾ ਬੈਨਰਜੀ ਪਹਿਲੇ ਹੈ ਨਹੀਂ ਨਾਲ। ਇਸ ਤਰ੍ਹਾਂ ਹੋਰ ਛੋਟੀਆਂ ਪਾਰਟੀਆਂ ਨੇ ਜਿਹੜੀਆਂ ਲਗਾਤਾਰ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਚੱਲ ਰਹੀਆਂ ਸੀ, ਪਰ ਹੁਣ ਪਿੱਛੇ ਹਟਣ ਲੱਗੀਆਂ। ਔਰ ਅਕਾਲੀ ਦਲ ਨੇ ਹੁਣ ਇਹ ਕਹਿਣਾ ਸ਼ੁਰੂ ਕੀਤਾ, ਜਾਂ ਇਸੇ ਤਰ੍ਹਾਂ ਹੀ ਅਸੀਂ ਜੰਮੂ ਕਸ਼ਮੀਰ ਦੇਖੇ, ਜਿਹੜੀ ਜੰਮੂ ਕਸ਼ਮੀਰ ਦੀ ਫਰੂਖ ਅਬਦੁੱਲਾ ਪਾਰਟੀ ਹੈ ਨੈਸ਼ਨਲ ਕਾਨਫਰੰਸ, ਉਹਨੇ ਵੀ ਇੱਕ ਬੀਜੇਪੀ ਦੇ ਖਿਲਾਫ ਪੈਂਤੜਾ ਲਿਆ ਗਿਆ। ਹੁਣ ਇਸ ਤਰ੍ਹਾਂ ਆ ਰਿਹਾ ਹੈ ਕਿ ਅਕਾਲੀ ਲੀਡਰਸ਼ਿਪ ਇਹਨਾਂ ਜਿਹੜੀਆਂ ਭਾਜਪਾ ਤੋਂ ਵੱਖ ਹੋ ਗਈਆਂ ਔਰ ਕਾਂਗਰਸ ਦੇ ਵੀ ਸਾਥ 'ਚ ਹੈ ਨਹੀਂ, ਉਹਨਾਂ ਸਾਰੀਆਂ ਰੀਜਨਲ ਪਾਰਟੀਆਂ ਜਿਹੜੀਆਂ ਨਾ ਉਹਨਾਂ ਨੂੰ ਇਕੱਠਾ ਕਰਕੇ ਵੀ ਕੋਈ ਨਾ ਕੋਈ ਦੇਸ਼ ਪੱਧਰ ਤੇ ਫਰੰਟ ਬਣਾਇਆ ਜਾਵੇ। ਉਹਦਾ ਮਤਲਬ ਹੈ ਕਿ ਕਿਉਂਕਿ ਅਕਾਲੀ ਦਲ ਦਾ ਪੁਰਾਣਾ ਪਿਛੋਕੜਾ ਇਤਿਹਾਸ ਦੇਖੀਏ ਤਾਂ ਉਹਦੇ 'ਚ ਸਾਰੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਸੀ, ਉਹ ਭਾਵੇਂ ਵੈਸਟ ਬੰਗਾਲ ਦੀ ਸੀ, ਜੋਤੀ ਬਾਸੂ ਹੁੰਦੇ ਸੀ ਪਹਿਲਾਂ ਕਮਿਊਨਿਸਟਾਂ ਦੇ, ਫਿਰ NRDMK, ਫਿਰ TDP, ਜਾਂ ਹੋਰ ਸਾਰੀਆਂ, ਮੁਲਾਇਮ ਸਿੰਘ ਯਾਦਵ ਯੂਪੀ ਵਾਲੇ, ਉਦੋਂ ਰਾਜਨਾਥ ਸਿੰਘ ਵੀ ਜੇ ਛੋਟੇ ਲੈਵਲ ਦੇ ਸੀ, ਖੇਤਰੀ ਪਾਰਟੀ ਵਾਂਗ ਸੀ ਯੂਪੀ 'ਚ ਵਿਚਰਦੇ। ਇਹ ਸਾਰਿਆਂ ਨੂੰ ਮਿਲ ਕੇ ਉਦੋਂ ਇਹ ਕੰਮ ਕਰਦੇ ਸੀਗੇ। ਤੇ ਹੁਣ ਵੀ ਲੱਗਦਾ ਕਿ ਨਾ ਜਿਵੇਂ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਦੇਸ਼ ਪੱਧਰ ਤੇ ਅਕਾਲੀ ਦਲ ਦੇ ਵਿਵਹਾਰ ਲਈ ਵੀ, ਪੰਜਾਬ ਦਾ ਮਸਲਾ ਹੱਲ ਕਰਨ ਲਈ ਵੀ, ਤੇ ਨਾਲ ਦੀ ਨਾਲ ਕਿਸਾਨ ਦੀ ਆਵਾਜ਼ ਦੇਸ਼ ਪੱਧਰ ਤੇ ਉਠਾਉਣ ਲਈ ਇਹ ਸਾਰੀਆਂ ਰੀਜਨਲ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਮੁੜ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇ। ਮੇਰੇ ਖਿਆਲ 'ਚ ਜੇ ਇਸ ਰਸਤੇ ਤੁਰਦੇ ਆ ਇਹ ਉਹਨਾਂ ਨੂੰ ਬੜੀ ਵੱਡੀ ਤਾਕਤ ਮਿਲਣੀ ਹੈ ਦੇਸ਼ ਪੱਧਰ ਤੇ, ਕਿਉਂਕਿ ਹਮੇਸ਼ਾ ਪਹਿਲਾਂ ਦੇਖੋ ਐਮਰਜੈਂਸੀ ਦੇ ਖਿਲਾਫ ਜਦੋਂ ਸਾਰੀਆਂ ਪਾਰਟੀਆਂ ਚੁੱਪ ਕਰ ਗਈਆਂ ਸੀ ਤਾਂ ਇੱਕੋ ਇੱਕ ਅਕਾਲੀ ਦਲ ਸੀ ਜਿਹਨੇ ਇੱਥੇ 19 ਮਹੀਨੇ ਮੋਰਚਾ ਲਾਇਆ। 19 ਮਹੀਨੇ ਮੋਰਚਾ ਉਦੋਂ ਸਮਾਪਤ ਹੋਇਆ ਜਿੱਦੇ ਐਮਰਜੈਂਸੀ ਸਮਾਪਤ ਹੋਣ ਦਾ ਐਲਾਨ ਕੀਤਾ ਸੀ। ਤਾਂ ਉਹਦੇ 'ਚ ਅਕਾਲੀ ਦਲ ਦਾ ਵੱਡਾ ਰੋਲ ਸੀਗਾ ਹਿੰਦੁਸਤਾਨ 'ਚ ਜਮਹੂਰੀਅਤ ਲਿਆਉਣ ਦਾ ਔਰ ਸੰਵਿਧਾਨਕ ਵਿਵਸਥਾ ਮੁੜ ਕਾਇਮ ਕਰਨ ਦਾ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮੌਕਿਆਂ ਤੇ ਅਕਾਲੀ ਦਲ ਬੜੀ ਵੱਡੀ ਪਹਿਲ ਕਦਮੀ ਕਰਦਾ ਰਹੇਗਾ। ਤੇ ਹੁਣ ਵੀ ਜੇ ਉਸ ਪਾਸੇ ਮੁੜਦਾ ਹੈ ਤੇ ਮੇਰੇ ਖਿਆਲ 'ਚ ਉਹਨਾਂ ਨੂੰ ਜਿੰਨਾ ਪਿੱਛੇ ਨੁਕਸਾਨ ਹੋਇਆ ਉਹ 'ਚੋਂ ਭਰਪਾਈ ਹੋ ਸਕਦੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਨਛੱਤਰ ਗਿੱਲ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ TV ਚੈਨਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸੂਰਾਪੁਰੀ। ਦੋਸਤੋ, ਪੰਜਾਬ ਮੇਲ USA ਚੈਨਲ ਸ਼ੁਰੂ ਕਰਨ ਤੇ ਸਰਦਾਰ ਗੁਰਜਤਿੰਦਰ ਸਿੰਘ ਰੰਧਾਵਾ ਭਾਜੀ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਆਸ ਕਰਦਾ ਕਿ ਜਿਵੇਂ ਉਹਨਾਂ ਨੇ ਪੰਜਾਬ ਮੇਲ USA ਅਖਬਾਰ ਦੇ ਜ਼ਰੀਏ ਪੰਜਾਬੀ ਜ਼ੁਬਾਨ ਦੀ ਬਹੁਤ ਸੇਵਾ ਕੀਤੀ ਹੈ ਔਰ ਅਜੇ ਵੀ ਕਰ ਰਹੇ ਨੇ, ਇਸੇ ਤਰ੍ਹਾਂ ਇਸ ਚੈਨਲ ਦੇ ਜ਼ਰੀਏ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਦਾ ਪ੍ਰਸਾਰ ਦੁਨੀਆ ਭਰ ਦੇ ਵਿੱਚ ਕਰਨਗੇ। ਸੋ ਬਹੁਤ-ਬਹੁਤ ਮੁਬਾਰਕਬਾਦ ਇੱਕ ਵਾਰ ਫਿਰ ਤੇ ਸ਼ੁਭਕਾਮਨਾਵਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ ਔਰ ਤੁਸੀਂ ਮੈਨੂੰ ਇਸ ਵੇਲੇ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ ਤੇ। ਗੁਰਜਤਿੰਦਰ ਰੰਧਾਵਾ, ਮੈਂ ਬਹੁਤ ਅਰਸੇ ਤੋਂ ਇਹਨਾਂ ਨੂੰ ਜਾਣਦਾ। ਹਰ ਵਾਰ ਕੁਛ ਨਾ ਕੁਛ ਕ੍ਰੀਏਟਿਵ ਚੰਗਾ ਕੁਛ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਕਾਮਯਾਬ ਹੁੰਦੇ ਨੇ। ਸੋ ਇਸ ਵਾਰ ਇੱਕ ਬੜੇ ਹੀ ਵਿਸ਼ਾਲ ਚੈਨਲ ਦੇ ਨਾਲ ਤੁਹਾਡੇ ਰੂਬਰੂ ਹੋਏ ਨੇ, ਪੰਜਾਬ ਮੇਲ USA TV ਚੈਨਲ, ਜਿਹਦੇ ਵਿੱਚ ਨਿਊਜ਼ ਤੋਂ ਇਲਾਵਾ ਐਂਟਰਟੇਨਮੈਂਟ, ਪੰਜਾਬੀ ਕਲਚਰ ਦੀਆਂ ਗੱਲਾਂ, ਤੁਹਾਡੀ ਰੂਹ ਨਾਲ ਜੁੜੀਆਂ ਗੱਲਾਂ, ਹਰ ਤਰ੍ਹਾਂ ਦਾ ਪੰਜਾਬੀ ਐਂਟਰਟੇਨਮੈਂਟ ਤੁਹਾਨੂੰ ਇਹਦੇ ਵਿੱਚ ਦੇਖਣ ਸੁਣਨ ਨੂੰ ਮਿਲੇਗਾ। ਸੋ ਮੇਰੀਆਂ ਦਿਲੀ ਸ਼ੁਭ ਇੱਛਾਵਾਂ ਨੇ ਕਿ ਚੈਨਲ ਸੰਸਾਰ ਭਰ ਵਿੱਚ ਆਪਣਾ ਔਰ ਪੰਜਾਬੀ ਜ਼ਬਾਨ ਦਾ ਨਾਮ ਰੌਸ਼ਨ ਕਰੇ। ਆਲ ਦਾ ਵੈਰੀ ਬੈਸਟ, ਪੰਜਾਬ ਮੇਲ USA TV ਚੈਨਲ। ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪੰਜਾਬ ਮੇਲ USA TV ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਤੇ ਗੱਲ ਅਸੀਂ ਕਰ ਰਹੇ ਸੀ ਭਾਜਪਾ ਅਕਾਲੀ ਗੱਠਜੋੜ ਦੀ, ਤੇ ਮੇਰਾ ਅਗਲਾ ਸਵਾਲ ਇਹ ਹੈ ਕਿ ਅਕਾਲੀ ਦਲ ਜੋ ਕਿ ਹਮੇਸ਼ਾ ਗੱਲ ਕਰਦਾ ਰਿਹਾ ਫੈਡਰਲ ਢਾਂਚੇ ਦੀ, ਘੱਟ ਗਿਣਤੀਆਂ ਦੇ ਹੱਕਾਂ ਦੇ ਲਈ ਲੜਨ ਲਈ ਗੱਲ ਕਰਦਾ ਰਿਹਾ, ਉਹਨਾਂ ਦੇ ਨਾਲ ਖੜੇ ਹੋਣ ਦੀ ਗੱਲ ਕਰਦਾ ਰਿਹਾ, ਪਰ ਪਿਛਲੇ ਸਾਲਾਂ ਦੇ ਵਿੱਚ ਜਦ ਨੋਟਬੰਦੀ ਹੁੰਦੀ ਹੈ, GST ਲਾਗੂ ਕੀਤਾ ਜਾਂਦਾ ਹੈ ਔਰ ਧਾਰਾ 370 ਹਟਾਈ ਜਾਂਦੀ ਹੈ ਜੰਮੂ ਕਸ਼ਮੀਰ ਦੇ ਵਿੱਚ, ਉਦੋਂ ਅਕਾਲੀ ਦਲ ਦਾ ਜਿਹੜਾ ਪੱਖ ਹੈ ਉਹ ਬਹੁਤ ਕਮਜ਼ੋਰ ਰਿਹਾ। ਕੀ ਕਹੋਗੇ, ਕੀ ਰਾਏ ਤੁਹਾਡੀ? ਦੇਖੋ, ਇਸ ਤਰ੍ਹਾਂ ਮੰਨਣਾ ਜੀ ਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਤੱਕ ਵਾਜਪਾਈ ਸਰਕਾਰ ਰਹੀ ਗਈ 2005-6 ਤੱਕ ਜੀ, ਉਦੋਂ ਤੱਕ ਅਕਾਲੀ ਦਲ ਔਰ BJP ਦਾ ਆਪਸੀ ਰਿਸ਼ਤਾ ਜਿਹੜਾ ਕਰੀਏ ਜਾਂ ਆਪਸੀ ਗੱਠਜੋੜ ਹੈ, ਆਪਸੀ ਭਾਈਵਾਲੀ ਹੈ, ਇਹ ਬੜੀ ਆਮ ਚੱਲਦੀ ਰਹੀ, ਬੜੀ ਵਧੀਆ ਚੱਲਦੀ ਰਹੀ ਤੇ ਦੋਵੇਂ ਪਾਰਟੀਆਂ ਦੇ ਲੀਡਰਾਂ 'ਚ ਆਪਸੀ ਜਿਹੜਾ ਭਰੋਸਾ ਹੈ ਉਹ ਬੇਹੱਦ ਵਧਿਆ ਹੋਇਆ ਸੀ, ਕਿਉਂਕਿ ਵਾਜਪਾਈ ਔਰ ਅਡਵਾਨੀ ਉਦੋਂ ਅਕਾਲੀ ਦਲ ਨੂੰ ਬਕਾਇਦਾ ਆਪਣੀ ਹਰ ਗੱਲ 'ਚ ਸਲਾਹ ਮਸ਼ਵਰੇ ਨਾਲ ਚੱਲਦੇ ਸੀ ਔਰ ਭਰੋਸੇ 'ਚ ਲੈ ਕੇ ਉਹ ਫੈਸਲੇ ਕਰਦੇ ਸੀ। ਪਰ ਜਦੋਂ 2010 ਤੋਂ ਬਾਅਦ BJP ਦੀ ਲੀਡਰਸ਼ਿਪ ਵਿੱਚ ਵੱਡੀ ਤਬਦੀਲੀ ਆਈ ਤਾਂ ਉਸ ਤੋਂ ਬਾਅਦ ਨਰਿੰਦਰ ਮੋਦੀ ਔਰ ਅਮਿਤ ਸ਼ਾਹ, ਇਹਨਾਂ ਦੀ ਜੋੜੀ ਜਿਹੜੀ ਉਹ ਭਾਜਪਾ ਤੇ ਜਦੋਂ ਕਾਇਮ ਹੋ ਗਈ ਤਾਂ ਫਿਰ ਉਹਨਾਂ ਦਾ ਭਾਈਵਾਲਾਂ ਪ੍ਰਤੀ ਰੁਖ ਵੀ ਤਬਦੀਲ ਹੋ ਗਿਆ। ਫਿਰ ਹੁਣ ਕੀ ਹੈ, ਉਸ ਤੋਂ ਬਾਅਦ ਭਾਜਪਾ ਦੀ ਜਿਹੜੀ ਪਹਿਲਾਂ ਸੀ ਨਾ ਕਿ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਚੱਲਣਾ, ਸਾਰੇ ਸਹਿਯੋਗੀਆਂ ਦੀ ਰਾਏ ਲੈ ਕੇ ਚੱਲਣ ਦਾ ਅਡਵਾਨੀ ਫਾਰਮੂਲਾ ਸੀ, ਉਹ ਸਮਾਪਤ ਹੋ ਗਿਆ। ਫਿਰ ਕੀ ਹੋਇਆ ਕਿ ਸਾਰੇ ਦੇਸ਼ 'ਚ ਇਕੱਲੀ BJP ਨੂੰ ਸਟਰੋਂਗ ਕਰਨਾ ਹੈ, ਪੂਰੇ ਦੇਸ਼ 'ਚ BJP ਨੂੰ ਅੱਗੇ ਲਿਆਉਣਾ ਹੈਗਾ। ਉਸ ਲਈ ਉਹਨਾਂ ਨੇ ਭਾਈਵਾਲਾਂ ਨੂੰ ਇਗਨੋਰ ਕਰਨ ਦਾ ਵੀ ਸ਼ੁਰੂ ਕਰਤਾ। ਜਿਵੇਂ ਪੰਜਾਬ ਸੀ, ਪੰਜਾਬ 'ਚ 2014 'ਚ ਵੀ, 13 'ਚ ਵੀ ਤੇ ਉਸ ਤੋਂ ਬਾਅਦ 17 ਫਿਰ ਵਾਰ-ਵਾਰ ਇੱਥੋਂ ਦੇ ਸਿੱਖ ਜਗਤ ਦੇ ਵਿੱਚ, ਸਿੱਖ ਭਾਈਚਾਰੇ 'ਚ BJP ਨੇ ਆਪਣੇ ਬੰਦੇ ਪੈਦਾ ਕਰਨ ਦਾ, ਉਹਨਾਂ ਨੂੰ ਨਾਲ ਜੋੜਨ ਦਾ ਅਜਿਹੇ ਯਤਨ ਕੀਤੇ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਆਪਣੀ ਹਸਤੀ ਵਧਾਈ ਜਾਵੇ। ਹੁਣ ਇਸ ਨਾਲ ਜਿਹੜਾ ਹੈਗਾ ਉਹ ਫਿਰ ਭਾਈਵਾਲ ਪਾਰਟੀਆਂ 'ਚ ਵੀ ਜਿਹੜਾ ਉਹ ਸ਼ੰਕੇ ਜਾਂ ਬੇਭਰੋਸਗੀ ਵੱਧ ਗਈ। ਜਿਵੇਂ ਭਾਜਪਾ ਦੀ ਸਭ ਤੋਂ ਵੱਡੀ ਵਿਚਾਰਧਾਰਕ ਭਾਈਵਾਲ ਪਾਰਟੀ ਸ਼ਿਵ ਸੈਨਾ, ਉੱਥੇ ਪਹਿਲਾਂ ਮੁੱਖ ਮੰਤਰੀ ਜਦੋਂ ਵੀ ਇਹਨਾਂ ਦੀ ਸਰਕਾਰ ਆਉਂਦੀ ਸੀ ਤਾਂ ਸ਼ਿਵ ਸੈਨਾ ਦਾ ਬਣਦਾ ਸੀ। ਇਹਨਾਂ ਨੇ, ਮੋਦੀ ਨੇ ਆ ਕੇ ਉੱਥੇ ਵੀ ਉਹ ਪਾਸਾ ਪਲਟਤਾ, ਉੱਥੇ ਸ਼ਿਵ ਸੈਨਾ ਦੀ ਥਾਂ ਤੇ ਭਾਜਪਾ ਦੇ ਮੁੱਖ ਮੰਤਰੀ ਬਣਾਉਣ ਦੀ ਜਿਹੜੀ ਉਹ ਰਵਾਇਤ ਸ਼ੁਰੂ ਕਰਤੀ। ਉਹਨੇ ਹੌਲੀ ਹੌਲੀ ਕੀ ਕੀਤਾ, ਸ਼ਿਵ ਸੈਨਾ ਨੂੰ ਭਾਜਪਾ ਤੋਂ ਦੂਰ ਕਰਤਾ। ਇਸੇ ਤਰ੍ਹਾਂ ਬਾਕੀ ਪਾਰਟੀਆਂ ਨਾਲ ਹੋਇਆ। ਤੇ ਪੰਜਾਬ 'ਚ ਕੀ ਸੀ, ਪੰਜਾਬ 'ਚ 2014 ਦੀ ਲੋਕ ਸਭਾ ਚੋਣ ਹੋਈ ਜਦੋਂ ਉਹ 'ਚ ਕਿਉਂਕਿ BJP ਔਰ ਅਕਾਲੀ ਦਲ ਨੂੰ ਵੱਡੀ ਸੈਟਬੈਕ ਹੋ ਗਈ ਤਾਂ ਉਸ ਤੋਂ ਬਾਅਦ BJP ਨੇ ਖੁਦ ਇਹ ਰੌਲਾ ਪਾਉਣਾ ਸ਼ੁਰੂ ਕੀਤਾ ਜੀ ਕਿ ਪੰਜਾਬ 'ਚ ਸਾਡੀ ਹਾਰ ਹੋਈ ਹੈ ਅਕਾਲੀ ਦਲ ਦੀਆਂ ਖਨਾਮੀਆਂ ਕਰਕੇ। ਇਹਨਾਂ ਨੇ ਰੇਤ ਮਾਫੀਆ ਚਲਾਇਆ, ਇਹਨਾਂ ਨੇ ਸ਼ਰਾਬ ਮਾਫੀਆ ਚਲਾਇਆ, ਨਸ਼ਿਆਂ ਦੀ ਦਰਿਆ ਵਗਾਦਾ ਇੱਥੇ। ਇਹਦੇ ਖਿਲਾਫ ਨੇਤਾ ਬੋਲਦੇ ਰਹੇ ਸ਼ਰੇਆਮ ਔਰ ਆਪਣਾ ਪਾਰਟੀ ਦਾ ਵਜੂਦ ਖੜਾ ਕਰਨ ਦਾ ਯਤਨ ਕੀਤਾ ਪੰਜਾਬ 'ਚ। ਉਦੋਂ ਵੀ ਅਕਾਲੀ ਦਲ ਨੇ ਬੜੀ ਵੱਡੀ ਔਖ ਜ਼ਾਹਰ ਕੀਤੀ ਸੀ ਪਰ ਵਿੱਚ ਰਹਿ ਗਈ। ਫਿਰ 2017 ਜਦੋਂ ਅਕਾਲੀ BJP ਨੂੰ ਬੜੀ ਹੁੰਝਾ ਫਿਰ ਗਿਆ ਪੰਜਾਬ 'ਚ, ਫਿਰ BJP ਦੇ ਬਹੁਤ ਸਾਰੇ ਆਗੂ ਲਗਾਤਾਰ ਇਹ ਕਹਿੰਦੇ ਸੁਣੇ ਗਏ ਕਿ ਇਹ ਜਿਹੜਾ ਸਾਨੂੰ ਸਜ਼ਾ ਮਿਲੀ ਹੈ ਇਹਦਾ ਗੁਨਾਹ ਅਕਾਲੀ ਦਲ ਨੇ ਕੀਤੀ ਹੈ। ਔਰ ਪਿੱਛੇ
ਤਾਂ ਇਹ ਵੀ ਕਹਿਣਾ ਸ਼ੁਰੂ ਕਰਤਾ ਸੀ ਕੁਝ ਆਗੂਆਂ ਨੇ ਬੀਜੇਪੀ ਦੇ ਨੇ ਕਿ ਜੀ ਅਸੀਂ ਇਸ ਵਾਰ ਤਾਂ ਬਹੁਗਿਣਤੀ ਸੀਟਾਂ ਲਵਾਂਗੇ, ਹੁਣ 23 ਸੀਟਾਂ ਨਹੀਂ ਲੜਨਾ, ਅਸੀਂ 59 ਯਾਨੀ 59 ਸੀਟਾਂ ਤੋਂ ਚੋਣ ਲੜਾਂਗੇ। ਤੇ ਇਹਦਾ ਜਿਹੜਾ ਸੀ ਨਾ ਇਹ ਸਾਰਾ ਇਹ ਇੱਕ ਤਾਂ ਪਹਿਲਾਂ ਹੀ ਅਕਾਲੀ ਦਲ ਦੇ ਅੰਦਰ ਇਸ ਨੇ ਕਾਫੀ ਖਲਬਲੀ ਪੈਦਾ ਕੀਤੀ ਹੋਈ ਸੀ। ਪਰ ਹੁਣ ਜਦੋਂ ਇਹ ਬਿੱਲ ਆਏ ਖੇਤੀ ਦੇ, ਇਹਨਾਂ ਨੇ ਉਸ ਸੁਲਗ ਦੀ ਅੱਗ ਨੂੰ ਮੰਗਾ ਦਿੱਤਾ, ਜਿਹਦੇ ਨਾਲ ਕੀ ਹੈ ਹੁਣ ਇਹ ਗੱਠਜੋੜ ਟੁੱਟਿਆ। ਤੇ ਮੇਰੇ ਖਿਆਲ ਜਦੋਂ ਤੱਕ ਕਿਸਾਨ ਮਸਲੇ ਨਹੀਂ ਹੱਲ ਹੁੰਦੇ ਜਾਂ ਹੋਰ ਮਸਲਿਆਂ ਤੇ ਜਿੰਨੀ ਠੇਕੇ ਤੇ ਕੜਤਨ ਆ ਗਈ ਹੈ, ਹੁਣ ਅਕਾਲੀ ਦਲ ਨਾਲ ਉਸ ਢੰਗ ਦਾ ਮੁੜ ਬੀਜੇਪੀ ਦਾ ਗੱਠਜੋੜ ਹੋ ਜਾਣਾ, ਮੁੜ ਬੀਜੇਪੀ ਨਾਲ ਉਸ ਤਰ੍ਹਾਂ ਦੇ ਰਿਸ਼ਤੇ ਬਣ ਸਕਣੇ, ਇਹ ਮਹਿਲ ਸੰਭਵ ਹੀ ਨਹੀਂ, ਮੁਸ਼ਕਿਲ ਹੀ ਨਹੀਂ, ਸਗੋਂ ਸੰਭਵ ਹੀ ਨਹੀਂ ਲੱਗ ਰਿਹਾ ਹੈਗੇ। ਜਿਹਦੇ ਕਰਕੇ ਅੱਜ ਜਿਹੜਾ ਅਕਾਲੀ ਦਲ ਬੜੇ ਤੱਤ ਪੈਰੇ ਇਹ ਬਿਆਨ ਦੇ ਰਿਹਾ ਕਿ ਜੀ ਅਸੀਂ ਹੁਣ ਇਹਨਾਂ ਨਾਲ ਚੋਣ ਨਹੀਂ ਕਰਾਂਗੇ, ਚੋਣ ਨਹੀਂ ਲੜਾਂਗੇ, ਮਿਲ ਕੇ ਨਹੀਂ ਚੱਲਾਂਗੇ। ਔਰ ਇਹ ਹੁਣ ਇਹ ਵੀ ਉਹ ਦੋਸ਼ ਲਾ ਰਿਹਾ ਕਿ ਜੀ ਸਾਨੂੰ ਕਿਸੇ ਵੀ ਫੈਸਲੇ 'ਚ ਭਾਗੀਦਾਰੀ ਨਹੀਂ ਹੋਣਾ ਸੀ। ਕੇਂਦਰ ਸਰਕਾਰ ਸਾਡੀ ਮੰਤਰੀ ਸੀਗੀ ਬਾਦਲ, ਪਰ ਸਾਨੂੰ ਤਾਂ ਕਦੇ ਪੁੱਛਿਆ ਹੀ ਨਹੀਂ ਕਿਸੇ ਨੇ। ਅਸੀਂ ਭਾਈਵਾਲ ਵੀ ਸੀਗੇ, ਸਾਨੂੰ ਕੋਈ ਫੈਸਲਾ ਨਾ ਕਦੇ ਸੱਦਿਆ, ਨਾ ਕਿਸੇ ਨਾਲ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਨਾ ਰਾਏ ਲਈ। ਹੁਣ ਅਜਿਹੀ ਹਾਲਤ ਭਾਈਵਾਲ ਦੀ ਪੋਜੀਸ਼ਨ ਹੈ ਨਹੀਂ ਸੀ, ਹਾਲ 'ਚ ਉਹ ਅਧੀਨਗੀ ਵਾਲੀ ਗੱਲ ਸੀ। ਮਤਲਬ ਭਾਜਪਾ ਦੀ ਅਧੀਨਗੀ 'ਚ ਅਕਾਲੀ ਦਲ ਚੱਲ ਰਿਹਾ ਸੀ। ਉਹ ਜਿਸ ਦਿਨ ਉਹਨਾਂ ਨੂੰ ਆਪਣਾ ਸੂਤ ਰਿਹਾ ਠੀਕ ਹੈ, ਹੁਣ ਜਦੋਂ ਇੱਥੇ ਆ ਗਏ ਲੋਕਾਂ 'ਚ ਨਿਕਲਣ ਲੱਗੇ ਤਾਂ ਉਹਨਾਂ ਨੂੰ ਲੱਤ ਮਾਰ ਕੇ ਇਹ ਤੋੜ ਕੇ ਬਾਹਰ ਆਉਣਾ ਮਜਬੂਰ ਹੋ ਗਏ। ਇੱਦਾਂ ਹੋਇਆ ਜੀ। ਗੱਲ ਕਰੀਏ ਖੇਤੀ ਕਾਨੂੰਨਾਂ ਦੀ, ਗੱਲ ਕਰੀਏ ਅਕਾਲੀ ਦਲ ਦੇ ਪੰਜਾਬ ਦੇ ਵਿੱਚ ਭਵਿੱਖ ਦੀ, ਤਾਂ ਮੇਜਰ ਸਿੰਘ ਜੀ ਇਸ ਅਕਾਲੀ ਦਲ ਦੇ ਫੈਸਲੇ ਤੋਂ ਬਾਅਦ, ਗੱਠਜੋੜ ਤੋੜਨ ਤੋਂ ਬਾਅਦ ਕੀ ਲੱਗਦਾ ਅਕਾਲੀ ਦਲ ਦਾ ਭਵਿੱਖ ਕੀ ਹੈ ਪੰਜਾਬ ਦੇ ਵਿੱਚ? ਦੇਖੋ ਬੰਦਨ ਦੀ ਗੱਲ ਇਹ ਹੈ ਕਿ ਪਿਛਲੇ ਸਮੇਂ 'ਚ ਪਹਿਲਾਂ 2017 ਤੱਕ ਸਰਕਾਰ ਰਹੀ, ਬੇਅਦਬੀ ਦੇ ਮੁੱਦੇ ਉਛਲੇ, ਉਦੋਂ ਸ਼ਰਾਬ ਮਾਫੀਆ ਪੈਦਾ ਹੋਇਆ, ਰੇਤ ਮਾਫੀਆ ਹੋਇਆ, ਟਰਾਂਸਪੋਰਟ ਮਾਫੀਆ, ਕੀ ਹਰ ਮਾਫੀਆ ਹੋਇਆ। ਉਸ ਗੱਲ ਨਾਲ ਅਕਾਲੀ ਦਲ ਦੀ ਬਹੁਤ ਵੱਡੀ ਬਦਨਾਮੀ ਹੋਈ ਹੈ। ਅਕਾਲੀ ਲੀਡਰਸ਼ਿਪ ਬਹੁਤ ਲੋਕਾਂ ਤੋਂ ਲੈ ਗਈ ਹੈ ਮਨਾਂ ਤੋਂ। 1998 'ਚ ਹਾਲਾਤ ਇਹ ਸੀ ਕਿ 13 ਸੀਟਾਂ 'ਤੇ ਚੋਣ ਲੜੇ ਸੀ ਅਕਾਲੀ ਬੀਜੇਪੀ, ਤੇ 13 ਦੀਆਂ 13 ਸੀਟਾਂ ਜਿੱਤੇ ਸੀ ਔਰ 10 ਅਕਾਲੀ ਦਲ ਦੇ ਸੀ। ਪਰ ਬਾਅਦ ਕੀ ਹੋਇਆ, 2014 ਚੋਣ ਹੋਈ, ਫਿਰ ਉਦੋਂ ਪਹਿਲਾਂ 2019 'ਚ ਤਾਂ ਸਿਰਫ 4 ਸੀਟਾਂ ਪੱਲੇ ਆਉਂਦੀਆਂ ਨੇ। ਤੇ ਐਤਕੀ 2019 ਦਾ ਰਿਜ਼ਲਟ ਅਸੀਂ ਦੇਖਿਆ, ਹੁਣ ਸਿਰਫ 2 ਹੀ ਹੋ ਗਈਆਂ। ਮਤਲਬ ਯਾਨੀ ਘਟ ਕੇ ਲਗਾਤਾਰ ਪਿੱਛੇ ਨੂੰ ਜਾਂਦੇ ਰਹੇ ਹੈ। ਹੁਣ ਬੀਜੇਪੀ ਨੂੰ ਸੰਨ ਤੋੜਨ ਬਾਅਦ ਜੇ ਤਾਂ ਅਕਾਲੀ ਦਲ ਆਪਣੇ ਪਿਛੋਕੜ ਵੱਲ ਮੁੜੂਗਾ, ਪੰਜਾਬ ਦੇ ਪੰਥ ਦੇ ਔਰ ਆਮ ਲੋਕਾਂ ਦੇ ਜਿਵੇਂ ਕਿ ਕਿਸਾਨੀ ਹੈ ਉਹਨਾਂ ਨਾਲ ਡਟ ਕੇ ਖੜਾ ਹੋਊਗਾ, ਫਿਰ ਕੋਈ ਨਾ ਕੋਈ ਚਾਂਸ ਹੈਗੇ ਕਿ ਉਹਨਾਂ ਦੇ ਮੁੜ ਕੇ ਪੈਰ ਲੱਗ ਸਕਦੇ ਪੰਜਾਬ ਦੀ ਧਰਤੀ 'ਤੇ। ਜੇ ਉਹ ਦਚੀਤੀ 'ਚ ਰਹੂਗਾ, ਇੱਕ ਪਾਸੇ ਕਿਸਾਨਾਂ ਬਾਰੇ ਵੀ ਵੇਖੂਗਾ ਤੇ ਮੁੜ ਕੇ ਪਿੱਛੇ ਨੂੰ ਬੀਜੇਪੀ ਨੂੰ ਝਾਕਦਾ ਰਹੂਗਾ, ਤੇ ਫਿਰ ਮੈਨੂੰ ਲੱਗਦਾ ਫਿਰ ਨਹੀਂ ਇਹ ਗੱਲ ਬਣਨੀ ਹੈਗੀ। ਯਾਰ ਕਿ ਜਿਹੜੀ ਲੀਡਰਸ਼ਿਪ ਹੈ ਅਕਾਲੀ ਦਲ ਦੀ, ਉਹਨੂੰ ਬੜੀ ਸਿਰ ਨਾਲ, ਪ੍ਰਤੀਬੱਧਤਾ ਨਾਲ, ਲੋਕ ਹਿੱਤਾਂ ਨਾਲ ਜੁੜਨਾ ਪੈਣਾ, ਉਹਨਾਂ ਦੇ ਨਾਲ ਉਹਨਾਂ ਦਾ ਭਰੋਸਾ ਜਿੱਤਣਾ ਪੈਣਾ, ਤਾਂ ਹੀ ਉਹ ਰਿਵਾਈਵ ਹੋ ਸਕਦੇ, ਤਾਂ ਹੀ ਪੰਜਾਬ ਦੇ ਲੋਕਾਂ 'ਚ ਉਹਦੇ ਪੈਰ ਲੱਗ ਸਕਦੇ। ਜੀ ਬਿਲਕੁਲ ਮੇਜਰ ਸਿੰਘ ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਪੰਜਾਬ ਚਰਚਾ ਸਮੇਟਣ ਦਾ ਸਮਾਂ ਹੋ ਗਿਆ। ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ, ਇੰਨੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਮੇਜਰ ਸਿੰਘ ਜੀ ਨੂੰ ਦਿਓ ਇਜਾਜ਼ਤ। ਧੰਨਵਾਦ।